TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਕੁਝ ਅਹਿਮ ਖਬਰਾਂ, ਕੁਝ ਅਹਿਮ ਘਟਨਾਵਾਂ, ਕੁਝ ਜਾਣਕਾਰੀਆਂ ਪ੍ਰੋਗਰਾਮ ਦੌਰਾਨ ਸ਼ਾਮਲ ਕਰੀਏ। ਸੁਖਪਾਲ ਖਹਿਰਾ ਨੇ ਦੱਸਿਆ ਉਹਨਾਂ ਖਿਲਾਫ ਕਿਹਨੇ ਰਚੀ ਸਾਜ਼ਿਸ਼, ਖੋਦ ਤੇ ਰਾਜ। ਬਲਵੰਤ ਸਿੰਘ ਰਾਜੋਆਣਾ ਨੂੰ ਉਹਨਾਂ ਦੇ ਪਿਤਾ ਦੇ ਭੋਗ ਤੇ ਜਾਣ ਦੀ ਅਦਾਲਤ ਨੇ ਦਿੱਤੀ ਆਗਿਆ। 2014 ਤੋਂ ਲੱਗਿਆ ਨੀਂਹ ਪੱਥਰ, ਸਰਕਾਰ ਦੇ ਦਾਅਵਿਆਂ ਦੀ ਖੋਲ ਰਿਹਾ ਪੋਲ। ਪੰਜਾਬ ਕਾਂਗਰਸ ਵਿੱਚ ਕਲੇਸ਼ ਸਿਖਰਾਂ ਤੇ 15 ਸੀਟਾਂ ਤੇ ਬਗਾਵਤ ਅਤੇ ਆਗੂ ਨੂੰ ਆਪਣੇ ਪਰਿਵਾਰਾਂ ਤੋਂ ਇਲਾਵਾ ਹੋਰ ਕਿਸੇ ਤੇ ਨਹੀਂ ਭਰੋਸਾ। ਦੇਵਾਂਗੇ ਅਹਿਮ ਜਾਣਕਾਰੀ। ਦੋਸਤੋ, ਇਹ ਤੇ ਕੁਝ ਹੋਰ ਜਾਣਕਾਰੀਆਂ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ। ਆਓ ਇਹਨਾਂ ਸਾਰੀਆਂ ਨੂੰ ਵਿਸਥਾਰ ਨਾਲ ਵਿਚਾਰੀਏ, ਪਰ ਉਹਦੇ ਤੋਂ ਪਹਿਲਾਂ ਬੇਨਤੀ ਹੈ, ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਪ੍ਰੋਗਰਾਮ ਦੇਖ ਲੈਣਾ, ਦੇਖ ਕੇ ਚੰਗਾ ਲੱਗਿਆ ਫਿਰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ, ਧੰਨਵਾਦੀ ਹੋਵਾਂਗੇ। ਆਓ ਹੁਣ ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਵਿਸਥਾਰ ਦੇ ਨਾਲ ਨਜ਼ਰ ਮਾਰੀਏ। ਜੇਲ੍ਹ ਦੇ ਵਿੱਚ ਤਕਰੀਬਨ 78 ਦਿਨ ਬੰਦ ਰਹੇ ਸੁਖਪਾਲ ਖਹਿਰਾ। ਪੱਕੀ ਜ਼ਮਾਨਤ ਮਿਲ ਗਈ ਹੈ, ਜ਼ਮਾਨਤ ਤੇ ਬਾਹਰ ਆ ਗਏ ਹੈ। ਮਨੀ ਲਾਂਡਰਿੰਗ ਦੇ ਮਾਮਲੇ ਦੇ ਵਿੱਚ ਕਾਂਗਰਸ ਦੇ ਉੱਘੇ ਆਗੂ ਨੇ ਸੁਖਪਾਲ ਖਹਿਰਾ, ਉਹਨਾਂ ਨੂੰ ਜੇਲ੍ਹ ਯਾਤਰਾ ਕਰਨੀ ਪਈ ਹੈ। ਸੁਖਪਾਲ ਖਹਿਰਾ ਨੇ ਭਾਰਤੀ ਜਨਤਾ ਪਾਰਟੀ ਅਤੇ ਆਪਣੇ ਵਿਰੋਧੀ ਕਾਂਗਰਸੀ ਆਗੂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਖਿਲਾਫ ਜੰਮ ਕੇ ਭੜਾਸ ਕੱਢੀ ਹੈ। ਉਹਨਾਂ ਇੱਥੋਂ ਤੱਕ ਆਖ ਦਿੱਤਾ ਹੈ ਕਿ ਰਾਣਾ ਗੁਰਜੀਤ ਸਿੰਘ ਨੇ ਉਹਨਾਂ ਦੇ ਖਿਲਾਫ ਜ਼ਮੀਨ ਤਿਆਰ ਕੀਤੀ। ਰਾਣਾ ਆਪਣੀ ਗੱਡੀ ਵਿੱਚ ਕਾਂਗਰਸ ਵੱਲੋਂ ਤੇਲ ਪਵਾਉਂਦੇ ਨੇ ਤੇ ਸੁਲਤਾਨਪੁਰ ਲੋਧੀ ਦੇ ਵਿੱਚ ਜਾ ਕੇ ਕਾਂਗਰਸ ਦੇ ਖਿਲਾਫ ਤੇ ਆਪਣੇ ਪੁੱਤਰ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਆ। ਨੁਕਸਾਨ ਕਿਹਦਾ? ਨੁਕਸਾਨ ਕਹਿੰਦੇ ਕਾਂਗਰਸ ਦਾ ਕਰ ਰਿਹਾ ਹੈ। ਉਹ ਕਹਿੰਦੇ ਰਾਣੇ 'ਚ ਜੇਕਰ ਹਿੰਮਤ ਹੈ ਤਾਂ ਉਹ ਭਾਜਪਾ ਤੇ ਸੁਖਬੀਰ ਬਾਦਲ ਦੇ ਖਿਲਾਫ ਬੋਲ ਕੇ ਦਿਖਾਉਣ। ਪਟਿਆਲਾ ਜੇਲ੍ਹ ਤੋਂ ਬਾਹਰ ਆ ਗਏ ਹੈ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹਨਾਂ ਨੇ ਆਪਣੇ ਚੰਡੀਗੜ੍ਹ ਵਾਲੇ ਨਿਵਾਸ ਸਥਾਨ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ। ਖਹਿਰਾ ਨੇ ਇਹ ਵੀ ਆਖਿਆ, ਭਾਜਪਾ ਨੇ ਈਡੀ ਦੇ ਜ਼ਰੀਏ ਮੇਰੀ ਬਾਂਹ ਮਰੋੜੀ ਹੈ। ਖਹਿਰਾ ਨੇ ਇਹ ਵੀ ਕਿਹਾ, ਮੈਂ ਕਿਸਾਨਾਂ ਦੇ ਅੰਦੋਲਨ ਦਾ ਡਟ ਕੇ ਸਾਥ ਹੀ ਨਹੀਂ ਦਿੱਤਾ, ਬਲਕਿ ਦਿੱਲੀ ਦੇ ਵਿੱਚ ਟਰੈਕਟਰ ਪਰੇਡ ਦੇ ਦੌਰਾਨ ਨੌਜਵਾਨ ਨਵਰੀਤ ਡਿਵਡਵਾ ਦੀ ਪੁਲਿਸ ਗੋਲੀ ਨਾਲ ਜਿਹੜੀ ਮੌਤ ਹੋਈ ਸੀ, ਉਹਨੂੰ ਚੁੱਕਿਆ, ਜ਼ੋਰ ਸ਼ੋਰ ਨਾਲ ਚੁੱਕਿਆ ਤੇ ਦਿੱਲੀ ਪੁਲਿਸ ਨੂੰ ਕਾਨੂੰਨੀ ਕਟਹਿਰੇ 'ਚ ਖੜਾ ਕੀਤਾ। ਕੇਂਦਰ ਦੇ UAPA ਕਾਨੂੰਨ ਦਾ ਵਿਰੋਧ ਕਰਦਿਆਂ ਬੇਕਸੂਰ ਸਿੱਖ ਨੌਜਵਾਨਾਂ ਦੀ ਲੜਾਈ ਲੜੀ, ਜਿਹਦਾ ਮੈਨੂੰ ਆਹ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਉਹਨਾਂ ਆਖਿਆ ਕਿ ਰਾਣਾ ਗੁਰਜੀਤ ਮੈਂ ਰੇਤ ਘੁਟਾਲੇ ਦੇ ਵਿੱਚ, ਘਪਲੇ ਦੇ ਵਿੱਚ ਬੇਨਕਾਬ ਕੀਤਾ, ਮੰਤਰੀ ਦੇ ਅਹੁਦੇ ਤੋਂ ਉਹਨੂੰ ਲਾਂਭੇ ਕਰਨਾ ਪਿਆ ਤੇ ਰਾਣਾ ਗੁਰਜੀਤ ਦੇ ਉੱਪਰ ਨਜਾਇਜ਼ ਸ਼ਰਾਬ ਦੀ ਵਿਕਰੀ ਅਤੇ ਟੈਕਸ ਚੋਰੀ ਦੇ ਵੀ ਸੁਖਪਾਲ ਖਹਿਰਾ ਨੇ ਗੰਭੀਰ ਦੋਸ਼ ਲਾਏ। ਇਹ ਆਖਿਆ ਕਿ ਇਹ ਮੈਨੂੰ ਜੇਲ੍ਹ ਭਜਵਾ ਕੇ ਚੋਣ ਜਿੱਤਣਾ ਚਾਹੁੰਦਾ ਸੀ, ਇਹ ਸ਼ਰਮ ਦੀ ਗੱਲ ਹੈ। ਸੁਖਪਾਲ ਖਹਿਰਾ ਕਹਿੰਦੇ, ਮੈਂ ਜ਼ਿੰਦਗੀ 'ਚ 100 ਗਲਤੀਆਂ ਕੀਤੀਆਂ ਹੋਣਗੀਆਂ, ਪਰ ਕਹਿੰਦੇ ਮੈਂ ਇਹ ਦਾਅਵੇ ਨਾਲ ਕਹਿਣਾ, ਮੈਂ ਕਦੇ ਬੇਈਮਾਨੀ ਕਿਸੇ ਨਾਲ ਨਹੀਂ ਕੀਤੀ। ਉਹਨਾਂ ਆਖਿਆ ਕਿ ਸੁਲਤਾਨਪੁਰ ਲੋਧੀ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਨੇ ਨਵਤੇਜ ਚੀਮਾ ਚੋਣ ਪ੍ਰਚਾਰ ਕਰਨ ਵਾਸਤੇ ਅੱਜ ਸ਼ਨਿਚਰਵਾਰ ਨੂੰ ਉਹਨਾਂ ਦੇ ਹਲਕੇ 'ਚ ਜਾਣਗੇ, ਜਿਨ੍ਹਾਂ ਨੂੰ ਕਹਿੰਦੇ ਰਾਣਾ ਹਰਾਉਣਾ ਚਾਹੁੰਦਾ ਹੈ। ਈਡੀ ਦੀ ਕਾਰਵਾਈ ਨੂੰ ਲੈ ਕੇ ਉਹਨਾਂ ਨੇ ਨਾਰਾਜ਼ਗੀ ਵੀ ਪ੍ਰਗਟਾਈ, ਜਿੱਥੇ ਉਹਨਾਂ ਨੇ ਆਖਿਆ ਕਿ ਮੇਰੇ ਖਿਲਾਫ ਆ ਰਾਣਾ ਗੁਰਜੀਤ ਨੇ ਜ਼ਮੀਨ ਤਿਆਰ ਕੀਤੀ, ਭਾਰਤੀ ਜਨਤਾ ਪਾਰਟੀ ਦੇ ਕਾਨੂੰਨਾਂ ਦੇ ਖਿਲਾਫ ਮੈਂ ਖੜਿਆ ਤੇ ਉਹਨਾਂ ਨੇ ਮੇਰੀ ਬਾਂਹ ਮਰੋੜਨ ਦੀ ਕੋਸ਼ਿਸ਼ ਕੀਤੀ, ਪਰ ਨਾਲ ਕਾਂਗਰਸੀ ਆਗੂ ਜਿਹੜੇ ਉਹਦੇ ਇਸ ਦੁੱਖ ਦੀ ਘੜੀ ਦੇ ਵਿੱਚ ਨਾਲ ਨਹੀਂ ਖੜੇ। ਕਹਿੰਦੇ ਇਸ ਗੱਲ ਦਾ ਮੈਨੂੰ ਦੁੱਖ ਹੈ, ਇਸ ਗੱਲ ਦਾ ਮਲਾਲ ਹੈ। ਕਹਿੰਦੇ ਇਹਦੇ ਨਾਲ ਕਾਂਗਰਸ ਦਾ ਹੀ ਨੁਕਸਾਨ ਹੋਇਆ, ਕਿਉਂਕਿ ਬਦਲਾਖੋਰੀ ਦੀ ਇਸ ਤੋਂ ਬਿਹਤਰੀਨ ਕਹਿੰਦੇ ਮਿਸਾਲ ਕੋਈ ਹੋਰ ਨਹੀਂ ਮਿਲ ਸਕਦੀ। ਨਾਲ ਦੂਸਰੇ ਪਾਸੇ ਉਹਨੇ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਵੀ ਕੀਤਾ ਕਿ ਮੈਂ ਜੇਲ੍ਹ ਦੇ ਵਿੱਚ ਬੈਠਾ ਸੀ, ਜੇਲ੍ਹ 'ਚ ਬੈਠੇ ਹੋਣ ਦੇ ਬਾਵਜੂਦ ਉਹਨਾਂ ਨੇ ਮੈਨੂੰ ਟਿਕਟ ਦਿੱਤੀ, ਇਹ ਮੇਰੇ ਵਾਸਤੇ ਕਹਿੰਦੇ ਮਾਣ ਦੀ ਗੱਲ ਵੀ ਹੈ। 31 ਤਰੀਕ ਨੂੰ ਕਹਿੰਦੇ ਮੈਂ ਨਾਮਜ਼ਦਗੀ ਪੱਤਰ ਭਰਾਂਗਾ। ਉਹ ਕਹਿੰਦੇ ਸਾਲ 2015 ਦੇ ਵਿੱਚ ਇੱਕ ਮਾਮਲਾ ਦਰਜ ਹੋਇਆ ਸੀ, ਪਰਚਾ ਦਰਜ ਹੋਇਆ ਸੀ। ਉਸ ਪਰਚੇ ਨੂੰ ਲੈ ਕੇ ਰਾਣਾ ਗੁਰਜੀਤ ਸਿੰਘ ਨੇ ਸਾਲ 2017 ਦੇ ਵਿੱਚ ਮੇਰੇ ਖਿਲਾਫ ਇੱਕ ਗਰਾਊਂਡ ਤਿਆਰ ਕੀਤੀ। ਮੇਰੀ ਗ੍ਰਿਫਤਾਰੀ ਦੀ ਗਰਾਊਂਡ ਕਹਿੰਦੇ ਆਮ ਆਦਮੀ ਪਾਰਟੀ ਨੇ ਬਣਾਈ, ਛੱਡਿਆ ਉਹਨਾਂ ਨੇ ਕਿਸੇ ਨੂੰ ਨਹੀਂ। ਅਮਰੀਕਾ ਦੇ 16 ਸ਼ਹਿਰਾਂ ਦੇ ਵਿੱਚੋਂ ਕਹਿੰਦੇ ਮੈਨੂੰ 1,19,000 ਡਾਲਰ ਲਿਆਂਦੇ। ਦਰਅਸਲ 2 ਕਰੋੜ ਰੁਪਏ ਉਹ ਇਕੱਠੇ ਹੋਏ ਬਣਦੇ ਨੇ, ਜਿਹੜੇ ਕਹਿੰਦੇ ਮੈਂ ਕੇਜਰੀਵਾਲ ਨੂੰ ਲਿਆ ਕੇ ਦੇ ਦਿੱਤੇ। ਕੇਜਰੀਵਾਲ ਕਹਿੰਦੇ ਸ਼ੁਰੂ ਤੋਂ ਮੇਰੇ ਤੋਂ ਖਾਰ ਖਾਂਦਾ,
ਵਿਰੋਧੀ ਧਿਰ ਦਾ ਜਦੋਂ ਮੈਨੂੰ ਆਗੂ ਹੀ ਬਣਾਇਆ ਸੀ, ਆਗੂ ਤਾਂ ਬਣਾ ਦਿੱਤਾ ਪਰ ਚੱਲਣ ਨਹੀਂ ਸੀ ਦੇਣੀ ਚਾਹੁੰਦੇ। ਉਹਨਾਂ ਇਹ ਵੀ ਕਿਹਾ ਕਿ ਕੇਜਰੀਵਾਲ ਨੂੰ ਜੇਕਰ ਪੰਜਾਬ ਦੀ ਇੰਨੀ ਹੀ ਚਿੰਤਾ ਜਿੰਨੀ ਇਸ ਵਕਤ ਉਹ ਦਿਖਾ ਰਹੇ ਨੇ, ਤਾਂ ਫਿਰ ਜਿਹੜਾ ਪਾਣੀ ਦਿੱਲੀ ਨੂੰ ਜਾ ਰਿਹਾ ਹੈ ਉਹਦੀ ਰਾਇਲਟੀ ਦੇਣ 3200 ਕਰੋੜ ਰੁਪਏ ਬਣਦੀ ਹੈ। ਕੇਜਰੀਵਾਲ ਹਿਮਾਚਲ ਪ੍ਰਦੇਸ਼ ਨੂੰ 12 ਕਰੋੜ ਦੀ ਰਾਇਲਟੀ ਦੇ ਰਹੇ ਨੇ, ਪਰ ਪੰਜਾਬ ਨੂੰ ਕਿਉਂ ਨਹੀਂ? ਫਿਰ ਭਗਵੰਤ ਦੇ ਉੱਤੇ ਵੀ ਵਰੇ। ਉਹ ਕਹਿੰਦੇ ਭਗਵੰਤ ਮਾਨ, ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਉਹਦਾ ਜਵਾਬ ਦਿੱਤਾ ਕਿ ਮਾਨ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਜਦੋਂ ਕੇਜਰੀਵਾਲ ਨੇ ਮਜੀਠੀਆ ਤੋਂ ਮੁਆਫੀ ਮੰਗ ਲਈ ਸੀ ਅਤੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ, ਤਾਂ ਉਹ ਦੱਸਣ ਕਿ ਅਸਤੀਫਾ ਵਾਪਸ ਕਿਉਂ ਲੈ ਲਿਆ ਸੀ। ਉਹਨਾਂ ਨੇ ਸਵਾਲ ਕੀਤਾ ਭਗਵੰਤ ਮਾਨ ਨੂੰ। ਵੇਖਦੇ ਹਾਂ ਕਿ ਭਗਵੰਤ ਮਾਨ ਨੂੰ ਜਿਹੜਾ ਉਹਨਾਂ ਨੇ ਇਹ ਸਵਾਲ ਕੀਤਾ ਹੈ, ਮਾਨ ਸਾਹਿਬ ਇਹਦਾ ਜਵਾਬ ਦਿੰਦੇ ਆ ਕਿ ਨਹੀਂ। ਕਿਉਂਕਿ ਕਹਿੰਦੇ ਮਾਨ ਝੂਠੇ ਇਨਸਾਨ ਨੇ, ਆਪਣੀ ਮਾਂ ਦੇ ਸਿਰ ਤੇ ਹੱਥ ਰੱਖ ਕੇ ਸ਼ਰਾਬ ਛੱਡਣ ਦਾ ਵਾਅਦਾ ਕਰਦੇ ਆ ਤੇ ਬਾਅਦ ਚ ਜਿਸ ਨੂੰ ਨਿਭਾਉਂਦੇ ਨਹੀਂ। ਕਹਿੰਦੇ ਕੇਜਰੀਵਾਲ ਨੂੰ ਇੰਜ ਪੇਸ਼ ਕਰਦੇ ਆ ਜਿਵੇਂ ਭਗਵੰਤ ਮਾਨ ਨੇ ਕੋਈ ਬਹੁਤ ਵੱਡਾ ਕੁਰਬਾਨੀ ਜਾਂ ਬਲਿਦਾਨ ਦੇ ਦਿੱਤਾ ਹੋਵੇ। ਖਹਿਰਾ ਨੇ ਇਹ ਆਖ ਦਿੱਤਾ ਅਖੀਰ ਚ, ਫੇਰ ਕਹਿੰਦੇ ਸਾਰਾ ਕੁਝ ਇਹ ਸਿਆਸਤ ਤੋਂ ਪ੍ਰੇਰਿਤ ਸੀ, ਮੇਰੇ ਖਿਲਾਫ ਬੇਬੁਨਿਆਦ ਹੈ। ਉਹਨਾਂ ਨੇ ਇੱਥੋਂ ਤੱਕ ਦੋਸ਼ ਲਗਾਇਆ ਕਿ ਇਸ ਕੇਸ ਦੇ ਵਿੱਚ ਭਾਜਪਾ ਵੀ, ਇਹਦੇ ਚ ਕਾਂਗਰਸ ਦੇ ਕੁਝ ਦਾਗੀ ਆਗੂ ਵੀ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇਕੱਠੇ ਹੋ ਕੇ ਜ਼ਮੀਨ ਤਿਆਰ ਕੀਤੀ, ਸਾਜ਼ਿਸ਼ ਘੜੀ, ਪਰ ਸਾਰਿਆਂ ਨੂੰ ਇਕੱਲੇ ਨੂੰ ਬੇਨਕਾਬ ਕਰਕੇ ਰਹਿਣਗੇ। ਕੁਝ ਇੱਕ ਦਾ ਤਾਂ ਉਹਨਾਂ ਨੇ ਜ਼ਿਕਰ ਵੀ ਕਰ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਜਦੋਂ ਈਡੀ ਨੇ ਮੇਰੇ ਤੋਂ ਪੁੱਛਗਿੱਛ ਕੀਤੀ, ਉਹਦੇ ਵਿੱਚ ਨਾ ਤਾਂ ਉਹਨਾਂ ਨੂੰ ਕੋਈ ਫਰਜ਼ੀ ਪਾਸਪੋਰਟ ਮਿਲਿਆ ਅਤੇ ਈਡੀ ਨੇ ਕਹਿੰਦੇ ਘੱਟੋ ਘੱਟ ਮੇਰੇ ਕੋਲੋਂ 88 ਘੰਟੇ ਗੱਲਬਾਤ ਕੀਤੀ ਮੇਰੇ ਨਾਲ। ਉਹ ਕਹਿੰਦੇ ਜਦੋਂ ਉਹਨੂੰ ਪੁੱਛਿਆਗਾ ਕਿ ਤੁਹਾਡੇ ਤੇ ਦੋਸ਼ ਲੱਗਦੇ ਆ, ਉਹ ਕਹਿੰਦੇ 3 ਕਰੋੜ ਦੀ ਆਬਾਦੀ ਚੋਂ ਜੇ 3 ਬੰਦੇ ਮੇਰੇ ਤੇ ਦੋਸ਼ ਲਾਉਣ ਤਾਂ ਉਹਦੇ ਨਾਲ ਕੋਈ ਦੋਸ਼ੀ ਬਣ ਜੂ। ਬਹੁਤ ਧੜੱਲੇ ਨਾਲ ਉਹਨਾਂ ਨੇ ਗੱਲ ਰੱਖੀ ਹੈ। ਆ ਕੁਝ ਕੁ ਬੰਦਿਆਂ ਦੇ ਉਹਨਾਂ ਨੇ ਨਾਮ ਲੈ ਦਿੱਤੇ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਮੈਂ ਹੋਰ ਪਾਜ ਉਧੇੜ ਕੇ ਰੱਖ ਦਿਆਂਗਾ। ਵੇਖਦੇ ਹਾਂ ਕਿ ਸੁਖਪਾਲ ਖਹਿਰਾ ਆਪਣੇ ਹਲਕੇ ਦੇ ਵਿੱਚ ਜਿੱਤ ਦਰਜ ਕਰਦੇ ਹੈ, ਕਿਉਂਕਿ ਰਾਣਾ ਗੁਰਜੀਤ ਦੇ ਨਾਲ ਵੀ ਸਿੰਘ ਉਹਦੇ ਫਸਦੇ ਹੈ, ਕਾਂਗਰਸ ਦੀਆਂ ਵੋਟਾਂ ਉਹ ਵੀ ਭੰਨਣਗੇ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਬੀਬੀ ਜਗੀਰ ਕੌਰ ਨੂੰ ਉਹਨਾਂ ਦੇ ਖਿਲਾਫ ਮੈਦਾਨ 'ਚ ਉਤਾਰਿਆ ਹੋਇਆ। ਆਮ ਆਦਮੀ ਪਾਰਟੀ ਦੇ ਵੀ ਅੱਗੇ ਸਮਰਥਨ ਮਿਲਿਆ ਸੀ ਜਦੋਂ ਜਿੱਤੇ ਸੀ, ਹੁਣ ਆਮ ਆਦਮੀ ਪਾਰਟੀ ਵੀ ਉੱਥੇ ਖੜੀ ਹੈ ਤੇ ਇਹ ਕਾਂਗਰਸ ਵੱਲੋਂ ਉਮੀਦਵਾਰ ਨੇ। ਅਗਲੀ ਵੱਡੀ ਖਬਰ ਹੈ, ਬੀਤੇ ਦਿਨੀ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕੀਤੀ ਸੀ ਕਿ ਬਲਵੰਤ ਸਿੰਘ ਰਾਜੋਆਣਾ ਨੇ ਮਾਨਯੋਗ ਅਦਾਲਤ ਤੋਂ ਰਾਹਤ ਦੀ ਮੰਗ ਕੀਤੀ ਸੀ। ਅਸਲ ਦੇ ਵਿੱਚ ਉਹ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਦੋਸ਼ੀ ਠਹਿਰਾਏ ਜਾ ਚੁੱਕੇ ਆ। ਮੌਤ ਦੀ ਸਜ਼ਾ ਦਾ, ਫਾਂਸੀ ਦੀ ਸਜ਼ਾ ਦਾ ਉਹ ਸਾਹਮਣਾ ਕਰ ਰਿਹਾ ਹੈ ਪੰਜਾਬ ਪੁਲਿਸ ਦੇ ਸਾਬਕਾ ਕਾਂਸਟੇਬਲ ਨੇ ਬਲਵੰਤ ਸਿੰਘ ਰਾਜੋਆਣਾ। ਉਹਨਾਂ ਨੇ ਆਖਿਆ ਸੀ ਕਿ ਮੇਰੇ ਪਿਤਾ ਜੀ ਦੀ ਮੌਤ ਹੋ ਚੁੱਕੀ ਆ, ਉਹਨਾਂ ਦੇ ਭੋਗ ਦੇ ਵਿੱਚ ਮੈਂ ਸ਼ਾਮਲ ਹੋਣਾ ਚਾਹੁੰਦਾ। ਜਸਟਿਸ ਅਜੇ ਤਿਵਾੜੀ ਅਤੇ ਜਸਟਿਸ ਪੰਕਜ ਜੈਨ ਦੇ ਬੈਂਚ ਨੇ ਪੁਲਿਸ ਨੂੰ ਹੁਕਮ ਦੇ ਦਿੱਤੇ ਹੈ ਕਿ ਉਹ ਲੋੜੀਂਦੇ ਸੁਰੱਖਿਆ ਇੰਤਜ਼ਾਮ ਕਰਨ। ਪੁਲਿਸ ਆਪਣੀ ਹਾਜ਼ਰੀ ਦੇ ਵਿੱਚ, ਅਗਵਾਈ ਦੇ ਵਿੱਚ ਬਲਵੰਤ ਸਿੰਘ ਰਾਜੋਆਣਾ ਨੂੰ 31 ਜਨਵਰੀ ਵਾਲੇ ਦਿਨ ਦੁਪਹਿਰ 1 ਵਜੇ ਤੋਂ 2 ਵਜੇ ਦੇ ਦਰਮਿਆਨ ਉਹਨਾਂ ਦੇ ਪਿਤਾ ਦੇ ਭੋਗ ਦੇ ਵਿੱਚ ਸ਼ਾਮਲ ਕਰਨ ਵਾਸਤੇ ਲੈ ਕੇ ਜਾਣ। ਇਸੇ ਹੁਕਮ ਦੇ ਨਾਲ ਹਾਈ ਕੋਰਟ ਨੇ ਰਾਜੋਆਣਾ ਦੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਜਿਹੜੀ ਉਹਨਾਂ ਨੇ ਪਾਈ ਸੀ। ਦੱਸਣਾ ਬਣਦਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ, ਜਿਨ੍ਹਾਂ ਦੇ ਪਿਤਾ ਦੀ 22 ਜਨਵਰੀ ਨੂੰ ਮੌਤ ਹੋ ਗਈ ਸੀ, ਪਟੀਸ਼ਨ ਮੁਤਾਬਕ ਉਹ ਬੀਤੇ 26 ਵਰ੍ਹਿਆਂ ਤੋਂ ਹਿਰਾਸਤ ਵਿੱਚ ਨੇ ਅਤੇ ਉਹਨਾਂ ਨੂੰ 27 ਜੁਲਾਈ ਅਤੇ 2007 ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਸੀ। 26 ਵਰ੍ਹਿਆਂ ਤੋਂ ਉਹਨਾਂ ਨੇ ਆਖਿਆ ਸੀ ਕਿ ਜੇਲ੍ਹ ਦੇ ਵਿੱਚ ਜੇਕਰ ਕੋਈ ਉਹਨਾਂ ਨੂੰ ਲਗਾਤਾਰ ਮਿਲਣ ਆਉਂਦਾ ਸੀ ਤਾਂ ਉਹਨਾਂ ਦੇ ਪਿਤਾ ਜੀ ਆਉਂਦੇ ਸਨ। ਉਹ ਇੱਕੋ ਇੱਕ ਇਸ ਤਰ੍ਹਾਂ ਦੇ ਵਿਅਕਤੀ ਸੀ। ਉਹਨਾਂ ਨੂੰ ਉਹਨਾਂ ਦੇ ਭੋਗ ਦੇ ਵਿੱਚ ਸ਼ਾਮਲ ਹੋਣ ਦੀ ਆਗਿਆ ਦਿੱਤੀ ਜਾਵੇ। ਅਦਾਲਤ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਨੇ ਜੇਲ੍ਹ ਅਧਿਕਾਰੀਆਂ ਤੋਂ ਪੈਰੋਲ ਦੀ ਮੰਗ ਕੀਤੀ ਸੀ, ਪਰ ਜੇਲ੍ਹ ਅਧਿਕਾਰੀਆਂ ਨੇ ਉਹਨਾਂ ਦੀ ਪਟੀਸ਼ਨ ਮੰਗ ਖਾਰਜ ਕਰ ਦਿੱਤੀ ਸੀ। ਮੈਂ ਉਸ ਦਿਨ ਵੀ ਹਵਾਲਾ ਦਿੱਤਾ ਸੀ ਕਿ ਸੁਪਰੀਮ ਕੋਰਟ ਨੇ ਇਸ ਤਰ੍ਹਾਂ ਦੇ ਕੇਸ ਦੇ ਵਿੱਚ ਰਾਹਤ ਦਿੱਤੀ ਸੀ, ਕਿਉਂਕਿ ਜੇਲ੍ਹ ਅਧਿਕਾਰੀਆਂ ਨੇ ਕਿਹਾ ਸੀ ਕਿ ਜਿਸ ਬੰਦੇ ਨੂੰ ਮੌਤ ਦੀ ਸਜ਼ਾ ਹੋ ਚੁੱਕੀ ਹੋਵੇ ਉਸ ਬੰਦੇ ਨੂੰ ਇਸ ਤਰੀਕੇ ਰਾਹਤ ਦਿੱਤੀ ਨਹੀਂ ਜਾ ਸਕਦੀ। ਪਰ ਮੈਂ ਇੱਕ ਕੇਸ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਇੱਕ ਵਿਅਕਤੀ ਨੂੰ ਜਿਸ ਨੂੰ ਮੌਤ ਦੀ ਸਜ਼ਾ ਹੋ ਚੁੱਕੀ ਸੀ, ਉਹਨਾਂ ਨੂੰ ਉਹਨਾਂ ਦੀ ਮਾਂ ਦੀਆਂ ਅੰਤਮ ਰਸਮਾਂ ਦੇ ਵਿੱਚ ਜਾਣ ਦੇ ਵਾਸਤੇ ਮਾਣਯੋਗ ਸੁਪਰੀਮ ਕੋਰਟ ਨੇ ਰਾਹਤ ਦਿੱਤੀ ਸੀ। ਉਸ ਚੀਜ਼ ਨੂੰ ਆਧਾਰ ਇਸ ਕੇਸ ਦੇ ਵਿੱਚ ਵੀ ਬਣਾਇਆ ਗਿਆ ਤੇ ਉਹਨਾਂ ਨੂੰ ਰਾਹਤ ਮਿਲ ਗਈ ਹੈ। ਅਸਲ ਦੇ ਵਿੱਚ 31 ਅਗਸਤ 1995 ਨੂੰ ਪੰਜਾਬ ਸਿਵਲ ਸਕੱਤਰੇਤ ਦੇ ਬਾਹਰ ਇੱਕ ਧਮਾਕਾ ਹੋਇਆ ਸੀ। ਧਮਾਕੇ ਦੇ ਵਿੱਚ ਉਸ ਵਕਤ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਹੋ ਗਈ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਹਾਲੇ ਉਹ ਇਕੱਲੇ ਨਹੀਂ,
ਕਈ ਹੋਰ ਵੀ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਬੈਠੇ ਹੈ। ਸੋ ਹੁਣ ਵੇਖਦੇ ਹਾਂ ਕਿ ਰਾਜੋਆਣਾ ਸਾਹਿਬ ਨੂੰ ਜਿਹੜੀ ਇਹ ਪੈਰੋਲ ਮਿਲੀ ਹੈ ਉਹਦੇ ਤੋਂ ਬਾਅਦ ਕਿ ਹੋਰ ਜਿਹੜੇ ਵਿਅਕਤੀ ਨੇ ਇਸ ਤਰ੍ਹਾਂ ਦੇ ਕੇਸਿਸ ਦੇ ਵਿੱਚ ਜੇ ਕੋਈ ਮੰਗ ਕਰਦਾ ਕੋਈ ਆਪਣੇ ਪਰਿਵਾਰਕ ਜੀਆਂ ਨੂੰ ਮਿਲਣ ਦੀ। ਪਰ ਇਹ ਮੈਂ ਦੱਸ ਦਿਆਂ ਕਿ ਜਦੋਂ ਆਹ ਪਟੀਸ਼ਨ ਪਾਈ ਗਈ, ਪੰਜਾਬ ਸਰਕਾਰ ਨੇ ਵੀ ਇਤਰਾਜ਼ ਕੋਈ ਨਹੀਂ ਪ੍ਰਗਟਾਇਆ ਕਿ ਉਹਨਾਂ ਨੂੰ ਪੈਰੋਲ ਦਿੱਤੀ ਜਾਵੇ। ਪਰ ਮੈਂ ਇੱਕ ਹੋਰ ਦੱਸਣਾ ਚਾਹੁੰਦਾ, ਜਿਹੜੇ ਲੁਧਿਆਣੇ ਤੋਂ ਸੰਸਦ ਮੈਂਬਰ ਨੇ ਰਵਨੀਤ ਬਿੱਟੂ, ਕਾਂਗਰਸ ਦੇ ਆਗੂ ਨੇ, ਬੇਅੰਤ ਸਿੰਘ ਦੇ ਉਹ ਪੋਤਰੇ ਨੇ, ਉਹਨਾਂ ਨੇ ਜਦੋਂ ਤਿੰਨੇ ਕਿਸਾਨੀ ਕਾਨੂੰਨ ਉਹਨਾਂ ਨੂੰ ਮੰਗ ਉਠਾਈ ਜਾ ਰਹੀ ਸੀ ਕਿ ਰੱਦ ਕੀਤੇ ਜਾਣ, ਉਹਨਾਂ ਨੇ ਹਿੱਕ ਥਾਪੜ ਕੇ ਆਖਿਆ ਸੀ ਕਿ ਜੇਕਰ ਮੋਦੀ ਸਰਕਾਰ ਇਹ ਤਿੰਨੇ ਕਾਨੂੰਨ ਰੱਦ ਕਰ ਦਿੰਦੀ ਹੈ ਤੇ ਅਸੀਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜੇਕਰ ਮੌਤ ਦੀ ਸਜ਼ਾ ਤੋਂ ਮੁਕਤ ਕਰ ਦਿੱਤਾ ਜਾਂਦਾ, ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਤੇ ਸਾਨੂੰ ਮਲਾਲ ਕੋਈ ਨਹੀਂ, ਇਤਰਾਜ਼ ਕੋਈ ਨਹੀਂ ਹੋਏਗਾ, ਅਫਸੋਸ ਕੋਈ ਨਹੀਂ ਹੋਏਗਾ। ਪਰ ਹੁਣ ਉਧਰ ਕਾਨੂੰਨ ਰੱਦ ਹੋ ਚੁੱਕੇ ਨੇ। ਮੁੜ ਕੇ ਰਵਨੀਤ ਬਿੱਟੂ ਦਾ ਮੈਂ ਇਸ ਤਰ੍ਹਾਂ ਦਾ ਬਿਆਨ ਕੋਈ ਨਹੀਂ ਪੜ੍ਹਿਆ ਜਾਂ ਸੁਣਿਆ ਜਿੱਥੇ ਉਹਨਾਂ ਨੇ ਕਿਹਾ ਹੋਵੇ ਕਿ ਉਧਰ ਕਾਨੂੰਨ ਰੱਦ ਹੋ ਗਏ, ਹੁਣ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫ ਕਰ ਦਿੱਤੀ ਜਾਵੇ। ਅਗਲੀ ਜਿਹੜੀ ਖਬਰ ਹੈ, ਬੀਤੇ ਦਿਨਾਂ ਦੇ ਵਿੱਚ ਵੀ ਮੈਂ ਕਈ ਥਾਵਾਂ ਦਾ ਜ਼ਿਕਰ ਕਰਦਾ ਰਿਹਾ। ਅਸਲ ਦੇ ਵਿੱਚ ਚੋਣਾਂ ਨੇੜੇ ਨੇ। ਚੋਣਾਂ ਨੇੜੇ ਹੋਣ ਦੇ ਕਾਰਨ ਤੁਹਾਡੇ ਨਾਲ ਬਹੁਤ ਸਾਰੇ ਲੋਕ ਨੇ ਜਿਹੜੇ ਆਉਣਗੇ ਕਿ ਫਲਾਣੇ ਨੂੰ ਵੋਟ ਪਾ ਦਿਓ, ਧਿਮਕੇ ਨੂੰ ਵੋਟ ਪਾ ਦਿਓ, ਆਪਾਂ ਆਹ ਕਰਾ ਦਿਆਂਗੇ, ਸਟੇਡੀਅਮ ਬਣਵਾ ਦਿਆਂਗੇ, ਸੜਕ ਬਣਵਾ ਦਿਆਂਗੇ, ਸਕੂਲ ਅਪਗ੍ਰੇਡ ਕਰਵਾ ਦਿਆਂਗੇ ਵਗੈਰਾ ਵਗੈਰਾ। ਪਰ ਬੀਤੇ ਦਿਨੀ ਮੈਂ ਜ਼ਿਕਰ ਕੀਤਾ ਸੀ ਕਿ 30 ਸਾਲ ਤੋਂ ਜ਼ਿਆਦਾ ਹੋ ਗਏ ਹੈ, ਪਿੰਡ ਧਤੌਂਦਾ ਹੈ, ਚਨਾਰਥਲ ਕਲਾਂ ਦੇ ਨੇੜੇ ਹੈ, ਸੜਕ ਨਹੀਂ ਬਣੀ ਪਰ ਨੀਂਹ ਪੱਥਰ ਹਾਲੇ ਜਿਉਂ ਦਾ ਤਿਉਂ ਖੜਾ ਹੈ। ਮੇਰੇ ਨੇੜੇ ਵੀ ਪਿੰਡ ਪੈਂਦਾ ਇੱਕ ਰੌਣੀ, ਉੱਥੇ ਮੈਂ ਛੋਟਾ ਹੁੰਦਾ ਸੀ ਉਦੋਂ ਤੋਂ ਅੱਜ ਤੱਕ ਨੀਂਹ ਪੱਥਰ ਦੇਖਦਾ। ਨੀਂਹ ਪੱਥਰ ਦੇ ਨਾਲ ਮੱਝਾਂ ਨੂੰ ਖਾਜ ਕਰਦਿਆਂ ਤਾਂ ਦੇਖਿਆ, ਪਰ ਉਹਦੇ ਆਲੇ ਦੁਆਲੇ ਬਣਿਆ ਕੁਝ ਨਹੀਂ। ਹੁਣ ਆਹ ਜਿਹੜਾ ਮੈਂ ਜ਼ਿਕਰ ਕਰ ਰਿਹਾ, 27 ਫਰਵਰੀ ਤੇ 2014 ਨੂੰ ਮੰਡੀ ਨਿਹਾਲ ਸਿੰਘ ਵਾਲਾ ਤੇ ਬੱਧਨੀ ਕਲਾਂ ਦੇ ਵਿੱਚ ਉਸ ਵਕਤ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਮੋਗਾ ਜ਼ਿਲ੍ਹੇ ਦੇ ਹਲਕਾ ਨਿਹਾਲ ਸਿੰਘ ਵਾਲਾ ਅਤੇ ਕਸਬਾ ਬੱਧਨੀ ਕਲਾਂ ਦੇ ਵਿੱਚ ਸੀਵਰੇਜ ਅਤੇ ਸੀਵੇਜ ਟ੍ਰੀਟਮੈਂਟ ਪਲਾਂਟ ਦੇ ਨੀਂਹ ਪੱਥਰ ਰੱਖੇ। ਸਿਰਫ ਤੇ ਸਿਰਫ ਨੀਂਹ ਪੱਥਰ ਹੀ ਨੇ, ਉੱਥੇ ਬਣਿਆ ਕੁਝ ਨਹੀਂ। ਜਿੰਨੀ ਕੁ ਜਾਣਕਾਰੀ ਉੱਥੋਂ ਇਕੱਤਰ ਕੀਤੀ ਜਾ ਸਕੀ ਆ, ਉਹਨਾਂ ਦੇ ਮੁਤਾਬਕ ਉਹਨਾਂ ਕਸਬਿਆਂ ਦੇ ਵਿੱਚ ਨਾ ਤਾਂ ਕੋਈ ਟ੍ਰੀਟਮੈਂਟ ਪਲਾਂਟ ਲੱਗਿਆ, ਨਾ ਸ਼ੁਰੂ ਹੋਇਆ। ਮੰਡੀ ਨਿਹਾਲ ਸਿੰਘ ਵਾਲੇ ਦੇ ਲੋਕਾਂ ਦਾ ਕਹਿਣਾ ਤਾਂ ਇਹ ਹੈ ਕਿ ਸਮੇਂ ਦੀਆਂ ਸਰਕਾਰਾਂ, ਸਿਆਸੀ ਲੋਕ ਆਪਣੀ ਕੁਰਸੀ ਨੂੰ ਬਚਾਉਣ ਵਾਸਤੇ ਹਰ ਹੀਲਾ ਵਸੀਲਾ ਕਰਦੇ ਹੈ। ਇਸੇ ਤਰ੍ਹਾਂ 9 ਵਰੇ ਪਹਿਲਾਂ ਮੰਡੀ ਵਾਸੀਆਂ ਦੀ ਮੰਗ ਤੇ ਸ਼ਹਿਰ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਸੀ ਕਿ ਮੀਂਹ ਦਾ ਪਾਣੀ ਹੈ, ਇਹਦਾ ਨਿਕਾਲ ਕੋਈ ਨਹੀਂ ਹੋ ਰਿਹਾ, ਸੀਵਰੇਜ ਅਤੇ ਸੀਵੇਜ ਟ੍ਰੀਟਮੈਂਟ ਪਲਾਂਟ ਲਗਾਇਆ ਜਾਵੇ, ਉਹਦਾ ਨੀਂਹ ਪੱਥਰ ਤਾਂ ਰੱਖ ਦਿੱਤਾ, ਸੁਖਬੀਰ ਸਿੰਘ ਬਾਦਲ ਹੋਰਾਂ ਵੱਲੋਂ ਰੱਖਿਆ ਗਿਆ। ਪਰ ਨੀਂਹ ਪੱਥਰ ਤੋਂ ਦੂਸਰੇ ਦਿਨ ਕਹਿੰਦੇ ਲੋਕ ਸਭਾ ਚੋਣਾਂ ਕਰਕੇ ਜ਼ਾਬਤਾ ਲੱਗ ਗਿਆ ਕਿ ਹਲੇ ਤੱਕ ਜ਼ਾਬਤਾ ਹੀ ਚੱਲੀ ਜਾਂਦਾ ਹੈ। 9 ਸਾਲਾਂ ਬਾਅਦ ਵੀ ਉਸ ਨੀਂਹ ਪੱਥਰ ਦੀ ਕਿਸੇ ਨੇ ਮੁੜ ਕੇ ਸਾਰ ਨਹੀਂ ਲਈ, ਕਿਸੇ ਨੇ ਨਹੀਂ ਦੇਖਿਆ, ਚਿੱਟਾ ਹਾਥੀ ਬਣ ਗਿਆ, ਆਪਣੀ ਹੋਂਦ ਵੀ ਗਵਾ ਚੁੱਕਿਆ ਲੱਗਦਾ ਹੁਣ ਤਾਂ। ਇਸੇ ਤਰ੍ਹਾਂ ਕਸਬਾ ਬੱਧਨੀ ਕਲਾਂ ਦੇ ਵਿੱਚ ਵੀ ਇੱਕ ਨੀਂਹ ਪੱਥਰ ਰੱਖਿਆ ਹੋਇਆ, ਉਹ ਵੀ ਆਪਣੇ ਆਪ ਨੂੰ ਸ਼ਾਇਦ ਕੋਸ ਰਿਹਾ ਹੋਣਾ ਕਿ ਕਿਹੜਾ ਸਮਾਂ ਸੀ ਜਦੋਂ ਮੇਰੇ ਉੱਤੇ ਕੁਝਾ ਉੱਕਰ ਦਿੱਤਾ ਗਿਆ, ਕਿਉਂਕਿ ਲੋਕ ਤਾਂ ਉਹ ਨੀਂਹ ਪੱਥਰ ਨੂੰ ਗਾਲਾਂ ਕੱਢਦੇ ਆ। ਉਸ ਨੀਂਹ ਪੱਥਰ ਦਾ ਕੀ ਕਸੂਰ ਹੈ? ਸਮੇਂ ਦੇ ਨਾਲ ਨਾਲ ਸਰਕਾਰਾਂ ਆਉਂਦੀਆਂ ਨੇ, ਸਰਕਾਰਾਂ ਜਾਂਦੀਆਂ ਨੇ, ਸਰਕਾਰਾਂ ਬਦਲਦੀਆਂ ਨੇ, ਪਰ ਲੋਕਾਂ ਦੀ ਸਾਰ ਲੈਣ ਕੋਈ ਨਹੀਂ ਪਹੁੰਚਦਾ। ਹੁਣ ਉੱਥੋਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਤੋਂ ਭਾਈ ਸਾਨੂੰ ਨਿਜਾਤ ਕਦੋਂ ਮਿਲੂ? ਆ ਨੀਂਹ ਪੱਥਰ ਨੇ ਤਾਂ ਨਾ ਉੱਥੋਂ ਪਾਣੀ ਕੱਢਿਆ ਤੇ ਨਾ ਟ੍ਰੀਟਮੈਂਟ ਪਲਾਂਟ ਲੱਗਿਆ। ਸਿੱਤਮ ਦੀ ਗੱਲ ਇਹ ਹੈ ਕਿ ਵੋਟਾਂ ਦਾ ਸਮਾਂ ਸਿਰ ਤੇ ਹੋਣ ਕਰਕੇ ਇਹ ਮੁੱਦੇ ਲੋਕਾਂ ਦੇ ਫੇਰ ਗਾਇਬ ਨੇ। ਨੀਂਹ ਪੱਥਰ ਕੋਲ ਲਿਜਾ ਕੇ ਸੁਖਬੀਰ ਬਾਦਲ ਨੂੰ ਖੜਾਓ, ਜਿੱਥੇ ਕਾਂਗਰਸੀਆਂ ਨੇ ਲਾਏ ਨੇ ਉਹਨਾਂ ਨੂੰ ਦਿਖਾਓ, ਕਿਉਂਕਿ ਇਹਦਾ 30 ਸਾਲ ਪੁਰਾਣੇ ਮੈਂ ਨੀਂਹ ਪੱਥਰ ਦੀ ਗੱਲ ਕਰ ਰਿਹਾ, ਉਹ ਕਾਂਗਰਸ ਦੀ ਸਰਕਾਰ ਵੇਲੇ ਦਾ ਲੱਗਿਆ ਹੋਇਆ। ਭਾਵੇਂ ਇਹ ਜਿਹੜਾ ਕਿੱਸਾ ਹੈ, ਇਹ ਕਹਾਣੀ ਕਿਸੇ ਇੱਕ ਪਿੰਡ ਜਾਂ ਇੱਕ ਸ਼ਹਿਰ ਜਾਂ ਇੱਕ ਕਸਬੇ ਦੀ ਨਹੀਂ, ਬਹੁਤ ਸਾਰੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਨੀਂਹ ਪੱਥਰ ਦੇਖੇ ਜਾ ਸਕਦੇ ਆ। ਮੂੰਹ ਚੜਾਉਂਦੇ ਆ, ਪਰ ਮੁੜ ਕੇ ਸਾਰ ਕਿਸੇ ਨੇ ਨਹੀਂ ਲਈ। ਕਿਤੇ 30 ਸਾਲ ਹੋ ਗਏ, ਕਿਤੇ 20 ਸਾਲ ਹੋ ਗਏ, ਕਿਤੇ 9 ਸਾਲ ਹੋ ਗਏ, ਕਿਤੇ 5 ਸਾਲ ਹੋ ਗਏ, ਨਾ ਮੁੜ ਕੇ ਸੜਕ, ਨਾ ਕਿਤੇ ਪਲਾਂਟ। ਇਹਨਾਂ ਲੋਕਾਂ ਨੂੰ ਜਵਾਬਦੇਹ ਬਣਾਓ। ਆਹ ਤਸਵੀਰਾਂ ਖਿੱਚ ਲਓ ਜਿੱਥੇ ਜਿੱਥੇ ਇਸ ਤਰ੍ਹਾਂ ਦੇ ਨੀਂਹ ਪੱਥਰ ਲੱਗੇ ਤੇ ਮੁੜ ਕੇ ਕੋਈ ਆਇਆ ਨਹੀਂ। ਜਿਹੜਾ ਵੀ ਤੁਹਾਡੇ ਕੋਲੋਂ ਚੋਣਾਂ ਦੇ ਦਿਨਾਂ 'ਚ ਆਵੇ, ਖਾਸ ਕਰਕੇ ਉਸੇ ਹੀ ਪਾਰਟੀ ਦਾ ਆਵੇ ਜਿਹੜੇ ਨੀਂਹ ਪੱਥਰ ਰੱਖ ਗਏ ਸੀ, ਦਿਖਾ ਦਿਓ ਕਿ ਚੋਣ ਵਰੇ ਦੇ 'ਚ ਨੀਂਹ ਪੱਥਰ ਇਸ ਵਾਰ ਵੀ ਬਥੇਰੇ ਰੱਖੇ ਆ।
ਆ ਪਿਛਲੇ ਵੀ ਰੱਖੇ ਹੋਏ ਆ। ਹੁਣ ਸਾਨੂੰ ਤੁਸੀਂ ਬੇਵਕੂਫ ਨਹੀਂ ਬਣਾ ਸਕਦੇ। ਕਿਰਪਾ ਕਰਕੇ ਧਿਆਨ ਦਿਓ, ਜਿੱਥੇ ਜਿੱਥੇ ਨਹੀਂ ਪੱਥਰ ਲੱਗੇ ਹੋਏ ਨੇ, ਹੋ ਸਕਦਾ ਉਹਨਾਂ ਕੋਲ ਸਮਾਂ ਘੱਟ ਹੋਵੇ, ਉੱਥੇ ਨਾ ਜਾਣ। ਉਹਦੀਆਂ ਫੋਟੋਆਂ ਖਿੱਚ ਲਿਆਇਓ, ਫੋਟੋਆਂ ਖਿੱਚ ਕੇ ਦਿਖਾ ਦਿਓ ਕਿ ਜਿਸ ਦਿਨ ਨੀਂਹ ਪੱਥਰ ਰੱਖਣ ਆਏ ਸੀ ਉਸ ਦਿਨ ਆਲੇ ਦੁਆਲੇ ਬੰਦੇ ਵੀ ਕੁਝ ਮੋਹਤਬਰ ਵੀ ਇਕੱਠੇ ਸੀ, ਪਰ ਅੱਜ ਉਹ ਇਕੱਲਾ ਸਿਰਫ ਤੇ ਸਿਰਫ ਉਹ ਨੀਂਹ ਪੱਥਰ ਉੱਥੇ ਖੜਾ ਹੈ। ਹੁਣ ਪੰਜਾਬ ਕਾਂਗਰਸ ਵਾਸਤੇ ਪੰਜਾਬ ਸੂਬਾ ਦੁਬਾਰਾ ਜਿੱਤਣਾ, ਆਪਣੇ ਕਬਜ਼ੇ 'ਚ ਕਰਨਾ ਸੁਖਾਲਾ ਨਹੀਂ ਜਾਪਦਾ, ਕਿਉਂਕਿ ਸਮੀਕਰਨ ਇਸ ਵਕਤ ਕਾਫੀ ਚੇਂਜ ਨੇ ਤੇ ਉਥਲ ਪੁਥਲ ਸਿਆਸਤ ਦੇ ਵਿੱਚ ਸਥਿਤੀ ਹੋਈ ਹੈ। ਟਿਕਟਾਂ ਦੀ ਵੰਡ ਨੂੰ ਲੈ ਕੇ ਜਿਹੜੀ ਬਗਾਵਤ ਹੋਈ ਆ, ਰੁਕਣ ਦਾ ਨਾਮ ਨਹੀਂ ਲੈ ਰਹੀ। ਪਹਿਲਾਂ ਵੀ ਧੜੇ ਤੇ ਧੜੀਆਂ 'ਚ ਵੰਡੀ ਹੋਈ ਆ ਕਾਂਗਰਸ। ਘੱਟੋ ਘੱਟ 15 ਵਿਧਾਨ ਸਭਾ ਹਲਕੇ ਨੇ ਜਿੱਥੇ ਇਸ ਵਕਤ ਕਾਂਗਰਸ ਦੇ ਵਿੱਚ ਖੁੱਲ੍ਹ ਮਖੁੱਲੀ ਬਗਾਵਤ ਹੈ। ਸਮਰਾਲਾ ਤੋਂ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਹੋਰਾਂ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਆਪਣੇ ਪੇਪਰ, ਆਪਣੀ ਨਾਮਜ਼ਦਗੀ ਭਰ ਦਿੱਤੀ ਹੈ। ਇਹਦੇ ਨਾਲ ਹੀ ਕਾਂਗਰਸ ਨੇ ਜਿਹੜੀ ਆਪਣੀ ਆਖਰੀ ਸੂਚੀ ਹਲੇ ਜਾਰੀ ਕਰਨੀ ਹੈ, 2 ਸੂਚੀਆਂ ਜਾਰੀ ਕੀਤੀਆਂ ਨੇ, ਉਹਦੇ ਤੋਂ ਪਹਿਲਾਂ 5 ਸੀਟਾਂ ਦੇ ਉੱਤੇ ਵਿਚਾਰ ਚਰਚਾ ਸ਼ੁਰੂ ਕਰ ਦਿੱਤੀ ਗਈ ਹੈ ਕਿ ਉਹਨਾਂ ਨੂੰ ਬਦਲ ਦਿੱਤਾ ਜਾਵੇ, ਕੀ ਕੀਤਾ ਜਾਵੇ। ਉਹਨਾਂ ਦੇ ਵਿੱਚ ਕੁਝ ਲੀਡਰਾਂ ਦੇ ਰਿਸ਼ਤੇਦਾਰ ਨੇ ਤੇ ਕੁਝ ਬਾਹਰਲੀਆਂ ਪਾਰਟੀਆਂ ਨੂੰ ਦਲ ਬਦਲ ਕੇ ਆਏ ਆਗੂ ਨੇ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ। 5 ਦੇ ਉੱਤੇ ਚਿੰਤਨ ਮੰਥਨ ਹੋ ਰਿਹਾ ਕਿ ਬਦਲੀਏ ਜਾਂ ਨਾ ਬਦਲੀਏ। ਬੀਤੇ ਦਿਨੀ ਰਾਹੁਲ ਗਾਂਧੀ ਪੰਜਾਬ ਆਏ ਸੀ। ਅੰਮ੍ਰਿਤਸਰ ਦੇ ਵਿੱਚ ਉਚੇਚੇ ਤੌਰ ਤੇ ਪ੍ਰੋਗਰਾਮ ਸੀ ਕਿ ਬਹੁਤ ਸਾਰੇ ਧਾਰਮਿਕ ਸਥਾਨ ਨੇ ਜਿੱਥੇ ਨਤਮਸਤਕ ਹੋਇਆ ਜਾਣਾ ਹੈ। ਕਿਹਾ ਗਿਆ ਸੀ ਕਿ ਉੱਥੇ 117 ਦੇ 117 ਉਮੀਦਵਾਰ ਪਹੁੰਚਣ, ਪਰ ਜਦੋਂ 117 ਐਲਾਨੇ ਹੀ ਨਹੀਂ ਗਏ ਤੇ ਸਾਰੇ ਦੇ ਸਾਰੇ ਪਹੁੰਚਦੇ ਕਿਵੇਂ, ਕਿਉਂਕਿ ਹਾਲੇ ਤੱਕ ਕਾਂਗਰਸ ਨੇ 109 ਉਮੀਦਵਾਰਾਂ ਦਾ ਐਲਾਨ ਕੀਤਾ ਹੈ। 8 ਉਮੀਦਵਾਰਾਂ ਦੀ ਸੂਚੀ ਦੇ ਉੱਤੇ ਹਾਲੇ ਪੇਚ ਫਸੇ ਹੋਏ ਨੇ। ਇਹਨਾਂ ਹਲਕਿਆਂ ਦੇ ਉੱਤੇ ਪੇਚ ਫਸੇ ਹੋਏ ਨੇ, ਉਹਨਾਂ ਵਿੱਚ ਭਦੌੜ, ਲੁਧਿਆਣਾ ਦੱਖਣੀ, ਅਟਾਰੀ, ਖੇਮਕਰਨ, ਪਟਿਆਲਾ ਸ਼ਹਿਰੀ, ਜਲਾਲਾਬਾਦ, ਨਵਾਂ ਸ਼ਹਿਰ ਤੇ ਬਰਨਾਲਾ ਨੇ। ਦੱਸਣਾ ਬਣਦਾ ਕਿ ਅਟਾਰੀ ਤੋਂ ਤਰਸੇਮ ਡੀਸੀ, ਖੇਮਕਰਨ ਤੋਂ ਸੁਖਪਾਲ ਭੁੱਲਰ, ਨਵਾਂ ਸ਼ਹਿਰ ਤੋਂ ਅੰਗਦ ਸਿੰਘ ਸੈਣੀ, ਇਹਨਾਂ ਦੀ ਟਿਕਟ ਇਸ ਵਕਤ ਫਸੀ ਹੋਈ ਹੈ। ਜਲਾਲਾਬਾਦ ਤੋਂ ਚੋਣ ਲੜ ਰਹੇ ਨੇ ਸੁਖਬੀਰ ਸਿੰਘ ਬਾਦਲ, ਪਟਿਆਲੇ ਤੋਂ ਚੋਣ ਲੜ ਰਹੇ ਨੇ ਪਟਿਆਲਾ ਸ਼ਹਿਰੀ ਤੋਂ ਕੈਪਟਨ ਅਮਰਿੰਦਰ ਸਿੰਘ। ਇਹ ਵੱਡੇ ਆਗੂ ਨੇ, ਇਹਨਾਂ ਦੇ ਖਿਲਾਫ ਵੀ ਕਾਂਗਰਸ ਹਾਲੇ ਤੱਕ ਆਪਣੇ ਉਮੀਦਵਾਰ ਦਾ ਐਲਾਨ ਕਰ ਨਹੀਂ ਸਕੀ। ਸਮਰਾਲਾ ਤੋਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਅਮਰੀਕ ਸਿੰਘ ਢਿੱਲੋਂ, ਉਹਨਾਂ ਨੇ ਆਜ਼ਾਦ ਉਮੀਦਵਾਰ ਦੇ ਵਜੋਂ ਪੇਪਰ ਭਰ ਦਿੱਤੇ ਹੈ। ਸੁਨਾਮ ਦੇ ਵਿੱਚ ਵੀ ਸਥਿਤੀ ਤਕਰੀਬਨ ਇਸੇ ਤਰ੍ਹਾਂ ਦੀ ਹੈ। ਸੁਨਾਮ ਤੋਂ ਦਮਨਥਿੰਦ ਬਾਜਵਾ ਕਾਫੀ ਬਗਾਵਤੀ ਮੂਡ 'ਚ ਨੇ, ਕਿਉਂਕਿ ਉੱਥੋਂ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਰਿਸ਼ਤੇਦਾਰ ਜਸਵਿੰਦਰ ਧੀਮਾਨ ਨੂੰ ਟਿਕਟ ਦੇ ਦਿੱਤੀ ਗਈ ਹੈ। ਦਮਨਥਿੰਦ ਬਾਜਵਾ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਹੈ। ਸ਼੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਲਾਡੀ, ਉਹਨਾਂ ਦੀ ਟਿਕਟ ਕੱਟ ਦਿੱਤੀ ਗਈ ਹੈ, ਕਿਉਂਕਿ ਉਹ ਫਤਿਹਜੰਗ ਸਿੰਘ ਬਾਜਵਾ ਦੇ ਨਾਲ ਭਾਰਤੀ ਜਨਤਾ ਪਾਰਟੀ ਵਿੱਚ ਚਲੇ ਗਏ ਸੀ। 6 ਦਿਨਾਂ ਤੋਂ ਬਾਅਦ ਫਿਰ ਹੇਜ ਜਾ ਗਿਆ, ਕਾਂਗਰਸ ਦਾ ਵਾਪਸ ਆ ਗਏ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਉਹਨੂੰ ਟਿਕਟ ਦਾ ਭਰੋਸਾ ਵੀ ਦਿੱਤਾ ਸੀ, ਪਰ ਇਹਦੇ ਬਾਵਜੂਦ ਉਹਨਾਂ ਨੂੰ ਟਿਕਟ ਮਿਲੀ ਨਹੀਂ, ਇਸ ਕਰਕੇ ਉਹ ਵੀ ਨਾਰਾਜ਼ ਚੱਲ ਰਿਹਾ ਹੈ। ਫਿਰੋਜ਼ਪੁਰ ਦਿਹਾਤੀ ਦੀ ਵਿਧਾਇਕਾ ਸਤਕਾਰ ਕੌਰ ਦਾ ਸਤਕਾਰ ਵੀ ਬਰਕਰਾਰ ਨਾ ਰਿਹਾ, ਟਿਕਟ ਉਹਨਾਂ ਦੀ ਵੀ ਕੱਟ ਦਿੱਤੀ, ਉਹ ਵੀ ਨਾਰਾਜ਼ ਨੇ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਤੋਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਆਪਣੇ ਪੁੱਤਰ ਇੰਦਰ ਪ੍ਰਤਾਪ ਰਾਣਾ ਵਾਸਤੇ ਟਿਕਟ ਮੰਗ ਰਹੇ ਸੀ, ਉਹਨਾਂ ਨੂੰ ਟਿਕਟ ਨਹੀਂ ਦਿੱਤੀ। ਉਹਨਾਂ ਨੇ ਉੱਥੋਂ ਉਹਨਾਂ ਨੂੰ ਆਜ਼ਾਦ ਉਮੀਦਵਾਰ ਦੇ ਤੌਰ ਤੇ ਮੈਦਾਨ ਦੇ ਵਿੱਚ ਉਤਾਰ ਦਿੱਤਾ ਤੇ ਚੋਣ ਪ੍ਰਚਾਰ ਚੱਲ ਰਿਹਾ ਹੈ। ਤੇ ਦੂਸਰੇ ਪਾਸੇ ਉੱਥੇ ਦੇ ਵਿਧਾਇਕ ਸੀ ਨਵਤੇਜ ਚੀਮਾ ਦੀ ਟਿਕਟ ਬਰਕਰਾਰ ਰੱਖ ਲਈ ਗਈ, ਇਸੇ ਕਰਕੇ ਉੱਥੇ ਵੀ ਕਲੇਸ਼ ਚੱਲ ਰਿਹਾ ਹੈ। ਖਰੜ ਹਲਕੇ ਤੋਂ ਸਾਬਕਾ ਮੰਤਰੀ ਜਗਮੋਹਨ ਕੰਗ, ਉਹ ਟਿਕਟ ਦੇ ਦਾਅਵੇਦਾਰ ਸੀ, ਉਹਨਾਂ ਨੂੰ ਜਾਂ ਉਹਨਾਂ ਦੇ ਪਰਿਵਾਰ ਨੂੰ ਟਿਕਟ ਨਹੀਂ ਦਿੱਤੀ ਗਈ, ਕਿਉਂਕਿ ਆਪਣੇ ਪੁੱਤਰ ਯਾਦਵਿੰਦਰ ਕੰਗ ਨੂੰ ਉੱਥੋਂ ਉਮੀਦਵਾਰ ਦੇ ਤੌਰ ਤੇ ਐਲਾਨਣਾ ਚਾਹੁੰਦੇ ਸੀ, ਉਤਾਰਨਾ ਚਾਹੁੰਦੇ ਸੀ। ਉਹਨਾਂ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਮੈਦਾਨ ਵਿੱਚ ਨਿਤਰਨ ਦਾ ਐਲਾਨ ਕਰ ਦਿੱਤਾ ਹੈ। ਵਿਧਾਨ ਸਭਾ ਹਲਕਾ ਸ਼ਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਦੀ ਟਿਕਟ ਕੱਟੀ ਹੈ, ਉਹ ਵੀ ਪਾਰਟੀ ਨਾਲ ਇਸ ਵਕਤ ਨਾਰਾਜ਼ ਨੇ। ਖਬਰਾਂ ਨੇ ਕਿ ਜੇਕਰ ਉਹਨਾਂ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਨਾ ਵੀ ਲੜੀ ਤਾਂ ਉਹ ਕਾਂਗਰਸੀ ਉਮੀਦਵਾਰ ਦਾ ਜ਼ਬਰਦਸਤ ਵਿਰੋਧ ਕਰਨਗੇ। ਇਸੇ ਤਰ੍ਹਾਂ ਬਟਾਲਾ ਤੋਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਖੁਦ ਟਿਕਟ ਚਾਹੁੰਦੇ ਸੀ, ਉਹਨਾਂ ਨੂੰ ਫਤਿਹਗੜ੍ਹ ਚੂੜੀਆਂ ਤੋਂ ਟਿਕਟ ਦਿੱਤੀ ਗਈ ਹੈ। ਫਿਰ ਉਹ ਇਸ ਟਿਕਟ ਦੀ ਮੰਗ ਆਪਣੇ ਪੁੱਤਰ ਲਈ ਕਰਨ ਲੱਗ ਪਏ, ਉਹਨਾਂ ਦੀ ਥਾਂ ਦੇ ਉੱਤੇ ਅਸ਼ਵਨੀ ਸ਼ੇਖੜੀ ਨੂੰ ਟਿਕਟ ਦੇ ਦਿੱਤੀ ਗਈ ਹੈ, ਉਹ ਵੀ ਡਾਢੇ ਨਾਰਾਜ਼ ਚੱਲ ਰਹੇ ਨੇ। ਇਸੇ ਤਰ੍ਹਾਂ ਬਸੀ ਪਠਾਣਾ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾਕਟਰ ਮਨੋਹਰ ਸਿੰਘ, ਜਿਨ੍ਹਾਂ ਨੇ ਅਸਤੀਫਾ ਦਿੱਤਾ ਸੀ ਤੇ ਇੱਥੇ ਉਹ ਲੱਗਦਾ ਸੀ ਕਿ
ਕਾਂਗਰਸੀ ਉਮੀਦਵਾਰ ਬਣਾ ਦਿੱਤੇ ਜਾਣਗੇ, ਪਰ ਉੱਥੋਂ ਦੇ ਮੌਜੂਦਾ ਵਿਧਾਇਕ ਗੁਰਪ੍ਰੀਤ ਜੀਪੀ ਨੂੰ ਦੁਬਾਰਾ ਟਿਕਟ ਦੇ ਦਿੱਤੀ ਗਈ। ਚਰਨਜੀਤ ਸਿੰਘ ਚੰਨੀ ਕਹਿੰਦੇ ਸੀ ਮੈਂ ਉਹਨਾਂ ਨੂੰ ਮਨਾ ਲਾਂਗਾ, ਮੰਨੇ ਤਾਂ ਹੈ ਨਹੀਂ, ਪਰ ਡਾਕਟਰ ਸਾਹਿਬ ਨੇ ਆਪਣੇ ਆਜ਼ਾਦ ਉਮੀਦਵਾਰ ਦੇ ਵਜੋਂ ਨਾਮਜ਼ਦਗੀ ਪੇਪਰ ਭਰ ਦਿੱਤੇ। ਹਲਕਾ ਜਗਰਾਉਂ ਤੋਂ ਕਾਂਗਰਸ ਦੇ ਪੁਰਾਣੇ ਆਗੂ ਨੇ ਮਲਕੀਤ ਸਿੰਘ ਦਾਖਾ, ਉਹ ਟਿਕਟ ਦੀ ਮੰਗ ਕਰ ਰਹੇ ਸੀ, ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ। ਰਾਏਕੋਟ ਦੇ ਜਿਹੜੇ ਵਿਧਾਇਕ ਆਮ ਆਦਮੀ ਪਾਰਟੀ ਨੂੰ ਛੱਡ ਕੇ ਜਗਤਾਰ ਜੱਗਾ ਹਿੱਸੋਵਾਲ ਆਏ ਸੀ, ਇੱਥੋਂ ਟਿਕਟ ਉਹਨਾਂ ਨੂੰ ਦੇ ਦਿੱਤੀ ਗਈ। ਇੱਥੇ ਵੀ ਦਾਖਾ ਸਾਹਿਬ ਦਾ ਲਗਾਤਾਰ ਵਿਰੋਧ ਹੈ। ਇਸੇ ਤਰ੍ਹਾਂ ਹਲਕਾ ਸਾਹਨੇਵਾਲ ਤੋਂ ਮਸ਼ਹੂਰ ਪੰਜਾਬੀ ਗਾਇਕਾ ਸਤਵਿੰਦਰ ਬਿੱਟੀ, ਜਿਨ੍ਹਾਂ ਨੇ ਪਿਛਲੀ ਵਾਰੀ ਕਾਂਗਰਸ ਦੀ ਟਿਕਟ ਤੇ ਚੋਣ ਲੜੀ, ਸਿਰਫ 4551 ਵੋਟਾਂ ਦੇ ਨਾਲ ਹਾਰੇ ਸੀ। 2012 ਦੇ ਵਿੱਚ ਸਾਹਨੇਵਾਲ ਇਸੇ ਹਲਕੇ ਤੋਂ ਹਾਰ ਦਾ ਸਾਹਮਣਾ ਕਰ ਚੁੱਕਿਆ ਰਜਿੰਦਰ ਕੌਰ ਭੱਠਲ ਦੇ ਜਵਾਈ ਵਿਕਰਮ ਬਾਜਵਾ। ਬਿੱਟੀ ਨੂੰ ਲਾਂਭੇ ਕਰਕੇ ਵਿਕਰਮ ਬਾਜਵਾ ਨੂੰ ਟਿਕਟ ਦੇ ਦਿੱਤੀ ਗਈ ਹੈ। ਉਹਦੇ ਤੋਂ ਬਾਅਦ ਸਤਵਿੰਦਰ ਬਿੱਟੀ ਵੀ ਬਾਗੀ ਮੂਡ 'ਚ ਨੇ। ਉਹ ਇਲਜ਼ਾਮ ਲਾ ਰਹੇ ਨੇ ਕਿ ਇੱਥੋਂ ਅਕਾਲੀ ਆਗੂ ਸ਼ਰਨਜੀਤ ਸਿੰਘ ਢਿੱਲੋਂ ਨੂੰ ਜਿਤਾਉਣ ਦੀ ਕਾਂਗਰਸ ਦੀ ਇੱਕ ਸਾਜ਼ਿਸ਼ ਹੈ। ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਵੀਰ ਡਿੰਪਾ, ਉਹ ਆਪਣੇ ਪੁੱਤਰ ਵਾਸਤੇ ਟਿਕਟ ਦੀ ਮੰਗ ਕਰ ਰਹੇ ਸੀ, ਪਰ ਕਾਂਗਰਸ ਨੇ ਵਿਧਾਇਕ ਰਮਨਜੀਤ ਸਿੱਕੀ ਨੂੰ ਦੁਬਾਰਾ ਟਿਕਟ ਦੇ ਦਿੱਤੀ ਹੈ। ਡਿੰਪਾ ਇਸ ਵਕਤ ਨਾਰਾਜ਼ ਨੇ। ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਵੀ ਕਰ ਦਿੱਤੀ ਸੀ। ਇਸੇ ਤਰ੍ਹਾਂ ਹਲਕਾ ਸ਼੍ਰੀ ਮੁਕਤਸਰ ਸਾਹਿਬ ਦੇ ਸਾਬਕਾ ਵਿਧਾਇਕ ਦੇ ਬੇਟੇ ਰਾਜ ਬਲਵਿੰਦਰ ਬਰਾੜ ਨੇ ਇੱਥੋਂ ਚੋਣ ਲੜਨ ਦੀ ਇੱਛਾ ਪ੍ਰਗਟਾਈ ਤੇ ਐਸਪੀ ਦੇ ਅਹੁਦੇ ਤੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ। ਹਾਲਾਂਕਿ ਐਨ ਆਖਰੀ ਵਕਤ ਦੇ ਉੱਤੇ ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੀ ਨੂੰਹ ਕਰਨ ਕੌਰ ਬਰਾੜ ਨੂੰ ਟਿਕਟ ਦੇ ਦਿੱਤੀ ਹੈ, ਜਿਸ ਕਰਕੇ ਸ਼੍ਰੀ ਮੁਕਤਸਰ ਸਾਹਿਬ ਹਲਕੇ ਦੇ ਵਿੱਚ ਵੀ ਇਸ ਵਕਤ ਕਾਂਗਰਸ ਦਾ ਵਿਰੋਧ ਹੈ। ਗੁਰੂ ਹਰਸਹਾਏ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਸੋਢੀ, ਉਹ ਕਾਂਗਰਸ ਨੂੰ ਛੱਡ, ਉਹਨਾਂ ਨੂੰ ਕਿਉਂਕਿ ਕੈਬਨਿਟ ਤੋਂ ਬਾਹਰ ਕਰ ਦਿੱਤਾ ਗਿਆ ਸੀ, ਉਹ ਭਾਰਤੀ ਜਨਤਾ ਪਾਰਟੀ ਵਿੱਚ ਚਲੇ ਗਏ ਹੈ। ਤੇ ਫਿਰ ਉੱਥੋਂ ਮਿਲਕਫੈਡ ਦੇ ਚੇਅਰਮੈਨ ਗੁਰਭੇਜ ਸਿੰਘ ਟਿਕਟ ਦੀ ਦੌੜ ਵਿੱਚ ਸੀ, ਟਿਕਟ ਉਹਨਾਂ ਨੂੰ ਵੀ ਨਹੀਂ ਦਿੱਤੀ ਗਈ। ਇਸ ਵਕਤ ਉਹ ਵੀ ਕਾਂਗਰਸ ਦੇ ਵਿਰੋਧ ਵਿੱਚ ਖੜੇ ਨਜ਼ਰ ਆ ਰਹੇ ਆ। ਇਸੇ ਤਰ੍ਹਾਂ ਹਲਕਾ ਆਦਮਪੁਰ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਨੇ, ਸਾਬਕਾ ਸੰਸਦ ਮੈਂਬਰ ਨੇ, ਸੀਨੀਅਰ ਕਾਂਗਰਸੀ ਆਗੂ ਨੇ ਮਹਿੰਦਰ ਸਿੰਘ ਕੇਪੀ। ਮਹਿੰਦਰ ਕੇਪੀ ਵੀ ਟਿਕਟ ਦੀ ਦੌੜ ਵਿੱਚ ਸੀ। ਕਾਂਗਰਸ ਨੇ ਉਹਨਾਂ ਦੀ ਥਾਂ ਤੇ ਥੋੜੇ ਜਿਹੇ ਦਿਨ ਪਹਿਲਾਂ, 3 ਹਫ਼ਤੇ ਪਹਿਲਾਂ ਬਹੁਜਨ ਸਮਾਜ ਪਾਰਟੀ ਵਿੱਚੋਂ ਆਗੂ ਆਏ ਸੀ, ਉਹਨਾਂ ਨੂੰ ਟਿਕਟ ਦੇ ਦਿੱਤੀ ਹੈ, ਜਿਸ ਕਰਕੇ ਕੇਪੀ ਹਾਲੇ ਤੱਕ ਨਾਰਾਜ਼ ਨੇ ਤੇ ਉਮੀਦ ਹੈ ਕਿ ਇੱਥੋਂ ਸ਼ਾਇਦ ਟਿਕਟ ਬਦਲ ਦਿੱਤੀ ਜਾਵੇ। ਜਿਸ ਨੂੰ ਟਿਕਟ ਦਿੱਤੀ ਗਈ ਆ ਉਹ ਵੀ ਇਸ ਵਕਤ ਪ੍ਰਚਾਰ ਨਹੀਂ ਕਰ ਪਾ ਰਿਹਾ, ਕਿਉਂਕਿ ਉਹਨੂੰ ਲੱਗਦਾ ਸ਼ਾਇਦ ਟਿਕਟ ਨਾ ਬਦਲ ਦਿੱਤੀ ਜਾਵੇ ਤੇ ਕੇਪੀ ਰੁੱਸੇ ਹੋਏ ਨੇ। ਉਹ ਕਹਿੰਦੇ ਨੇ ਜੇ ਨਾ ਟਿਕਟ ਦਿੱਤੀ ਤਾਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਮੈਦਾਨ ਵਿੱਚ ਨਿੱਤਰ ਜਾਣਾ। ਇਹ ਕੁੱਲ ਮਿਲਾ ਕੇ 15 ਸੀਟਾਂ ਦੇ ਉੱਤੇ ਇਸ ਵਕਤ ਕਾਂਗਰਸ ਵਾਸਤੇ ਬਹੁਤ ਔਖੀ ਘੜੀ ਹੈ। ਪਰ ਦੂਸਰੇ ਪਾਸੋਂ ਕਹਿੰਦੇ ਸਰਕਾਰ ਅਸੀਂ ਬਣਾਉਣੀ ਹੈ। ਜੇ ਸਰਕਾਰ ਬਣਾਉਣੀ ਹੈ ਤਾਂ ਆਹ ਟਿਕਟਾਂ ਦੇ ਉੱਤੇ ਦੁਬਾਰਾ ਉਹਨਾਂ ਨੂੰ ਗੌਰ ਕਰਨੀ ਪੈ ਸਕਦੀ ਹੈ। ਜੇ ਗੌਰ ਕਰਨਗੇ, ਜਿਨ੍ਹਾਂ ਦੀਆਂ ਟਿਕਟਾਂ ਖੋਣਗੇ ਉਹਨਾਂ ਨੇ ਵਿਰੋਧ 'ਚ ਖੜ ਜਾਣਾ। ਸੋ ਕਾਂਗਰਸ ਵਾਸਤੇ ਇਸ ਵਕਤ ਦਲਦਲ ਵਾਲੀ ਸਥਿਤੀ ਬਣ ਚੁੱਕੀ ਹੈ। ਪਰ ਆਹ ਜਿਹੜੀ ਅਗਲੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ, ਇਹਦੇ 'ਚ ਆਮ ਆਦਮੀ ਪਾਰਟੀ, ਇਹਦੇ 'ਚ ਅਕਾਲੀ, ਇਹਦੇ 'ਚ ਕਾਂਗਰਸੀ ਹੈ। ਕਹਿਣ ਦਾ ਭਾਵ ਸਾਰੇ ਦੇ ਸਾਰੇ ਆਗੂ, ਕਿਸੇ ਜੂਨੀਅਰ ਕਿਸੇ ਸੀਨੀਅਰ ਆਪਣੀ ਪਾਰਟੀ ਦੇ ਆਗੂ ਤੇ ਕੋਈ ਭਰੋਸਾ ਨਹੀਂ ਕਰ ਰਹੇ, ਕਿਉਂਕਿ ਚੋਣਾਂ ਨੇੜੇ ਆ ਰਹੀਆਂ ਨੇ, ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਨੇ, ਪੇਪਰ ਦਾਖਲ ਕੀਤੇ ਜਾ ਰਹੇ ਨੇ ਤੇ ਜਿੰਨੇ ਵੀ ਉਮੀਦਵਾਰ ਨੇ ਸਾਰੀਆਂ ਪਾਰਟੀਆਂ ਦੇ, ਕਵਰਿੰਗ ਉਮੀਦਵਾਰ ਕਿਸੇ ਆਪਣੇ ਜੂਨੀਅਰ ਜਾਂ ਸੀਨੀਅਰ ਪਾਰਟੀ ਦੇ ਆਗੂ ਨੂੰ ਨਹੀਂ ਬਣਾ ਰਹੇ। ਉਹਨਾਂ ਦੀ ਪਸੰਦ ਕੀ ਹੈ? ਉਹਨਾਂ ਦੀ ਪਹਿਲੀ ਪਸੰਦ ਆਪਣੀ ਘਰਵਾਲੀ ਜਾਂ ਫਿਰ ਆਪਣੇ ਧੀਆਂ ਪੁੱਤਰ ਨੇ। ਕਿਸੇ ਵੀ ਵੱਡੀ ਰਾਜਸੀ ਧਿਰ ਦੇ ਵੱਲੋਂ ਇਸ ਤਰ੍ਹਾਂ ਦਾ ਕੋਈ ਉਮੀਦਵਾਰ ਕਵਰਿੰਗ ਉਮੀਦਵਾਰ ਦੇ ਤੌਰ ਤੇ ਆਪਣੇ ਹਲਕੇ ਵਿੱਚ ਨਹੀਂ ਉਤਾਰਿਆ ਗਿਆ ਜਿਹੜਾ ਉਹਨਾਂ ਦੀ ਪਾਰਟੀ ਦੇ ਨਾਲ ਸੰਬੰਧਿਤ ਹੋਵੇ। ਆਪਣੇ ਪਰਿਵਾਰਕ ਜੀਆਂ ਨੂੰ ਇਹ ਤਰਜੀਹ ਦਿੱਤੀ ਗਈ ਹੈ, ਪਰ ਇਹਨਾਂ ਵਿੱਚੋਂ ਵੀ ਬਹੁਤਿਆਂ ਨੇ ਆਪਣੀਆਂ ਘਰਵਾਲੀਆਂ ਅਤੇ ਕਈਆਂ ਨੇ ਆਪੋ ਆਪਣੀ ਔਲਾਦ ਨੂੰ ਕਵਰਿੰਗ ਉਮੀਦਵਾਰ ਬਣਾਇਆ ਹੈ। ਗੱਲ ਕਰਦੇ ਹਾਂ ਗਿੱਦੜਬਾਹਾ ਦੀ। ਗਿੱਦੜਬਾਹਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨੇ ਆਪਣੀ ਪਤਨੀ ਅਮਰਤਾ ਸਿੰਘ ਨੂੰ, ਉਹਨਾਂ ਦੇ ਵਿਰੋਧੀ ਉਮੀਦਵਾਰ ਨੇ ਡਿੰਪੀ ਢਿੱਲੋਂ ਹੋਰਾਂ ਨੇ ਵੀ ਆਪਣੀ ਘਰਵਾਲੀ ਹਰਜੀਤ ਕੌਰ ਨੂੰ, ਰਾਮਪੁਰਾ ਫੂਲ ਤੋਂ ਕਾਂਗਰਸੀ ਉਮੀਦਵਾਰ ਨੇ ਗੁਰਪ੍ਰੀਤ ਸਿੰਘ ਕਾਂਗੜ, ਉਹਨਾਂ ਨੇ ਵੀ ਆਪਣੀ ਪਤਨੀ ਸੁਖਪ੍ਰੀਤ ਕੌਰ ਨੂੰ, ਸੰਗਰੂਰ ਤੋਂ ਵਿਜੇਂਦਰ ਸਿੰਗਲਾ ਨੇ ਆਪਣੀ ਪਤਨੀ ਦੀਪਾ ਸਿੰਗਲਾ ਨੂੰ, ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ ਸੁੰਦਰ ਸ਼ਾਮ ਅਰੋੜਾ ਨੇ ਆਪਣੀ ਪਤਨੀ ਡਾਕਟਰ ਸ਼ਿਵਾਨੀ ਅਰੋੜਾ ਨੂੰ, ਦਾਖਾ ਤੋਂ ਕਾਂਗਰਸੀ ਉਮੀਦਵਾਰ ਸੰਦੀਪ ਸੰਧੂ ਨੇ ਆਪਣੀ ਪਤਨੀ ਪੁਨੀਤਾ ਸੰਧੂ ਨੂੰ, ਲੁਧਿਆਣਾ ਪੱਛਮੀ ਤੋਂ
ਭਾਰਤ ਭੂਸ਼ਣ ਆਸ਼ੂ ਨੇ ਆਪਣੀ ਪਤਨੀ ਨੂੰ ਹੀ ਕਵਰਿੰਗ ਉਮੀਦਵਾਰ ਬਣਾਇਆ। ਇਸੇ ਤਰ੍ਹਾਂ ਹਲਕਾ ਧਰਮਕੋਟ ਤੋਂ ਅਕਾਲੀ ਉਮੀਦਵਾਰ ਜਥੇਦਾਰ ਤੋਤਾ ਸਿੰਘ ਨੇ ਆਪਣੀ ਪਤਨੀ ਮੁਖਤਿਆਰ ਕੌਰ ਨੂੰ, ਸ਼੍ਰੀ ਮੁਕਤਸਰ ਸਾਹਿਬ ਤੋਂ ਅਕਾਲੀ ਉਮੀਦਵਾਰ ਰੋਜ਼ੀ ਬਰਕੰਦੀ ਨੇ ਆਪਣੀ ਪਤਨੀ ਖੁਸ਼ਪ੍ਰੀਤ ਕੌਰ ਨੂੰ ਕਵਰਿੰਗ ਉਮੀਦਵਾਰ ਬਣਾਇਆ। ਇੱਧਰ ਖਰੜ ਵਾਲੇ ਪਾਸੇ ਧਿਆਨ ਮਾਰੀਏ ਤਾਂ ਖਰੜ ਤੋਂ ਅਕਾਲੀ ਉਮੀਦਵਾਰ ਨੇ ਰਣਜੀਤ ਸਿੰਘ ਗਿੱਲ, ਉਹਨਾਂ ਨੇ ਵੀ ਆਪਣੀ ਘਰਵਾਲੀ ਪਰਮਜੀਤ ਕੌਰ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ। ਹਾਲਾਂਕਿ ਹੋਣਾ ਤਾਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹ ਚਾਹੀਦਾ ਹੈ ਕਿ ਸਿਆਸੀ ਆਗੂ ਜਦੋਂ ਕਵਰਿੰਗ ਉਮੀਦਵਾਰ ਕੋਈ ਬਣਾਉਂਦੇ ਆ ਤਾਂ ਆਪਣੇ ਹਲਕੇ ਦਾ ਕੋਈ ਸੀਨੀਅਰ ਆਗੂ ਹੋਵੇ ਜਾਂ ਕੋਈ ਜੂਨੀਅਰ ਆਗੂ ਹੋਵੇ, ਪਰ ਮੁੱਖ ਉਮੀਦਵਾਰ ਨਾਮਜ਼ਦਗੀ ਪੱਤਰ ਰੱਦ ਹੋਣ ਦੀ ਸੂਰਤ ਦੇ ਵਿੱਚ ਕਵਰਿੰਗ ਉਮੀਦਵਾਰ ਨੂੰ ਵੀ ਕਿਸੇ ਹੋਰ ਨੂੰ ਨਹੀਂ ਮੌਕਾ ਦੇਣਾ ਚਾਹੁੰਦੇ। ਜੇ ਮੰਨ ਲਓ ਕਿ ਉਹਨਾਂ ਦੇ ਪੇਪਰ ਰੱਦ ਵੀ ਹੁੰਦੇ ਨੇ ਕਿਸੇ ਕਾਰਨ ਕਰਕੇ, ਤਾਂ ਵੀ ਉਹਨਾਂ ਦੇ ਪਰਿਵਾਰ ਦਾ ਜੀਅ ਹੋਵੇ, ਪਰਿਵਾਰ ਤੋਂ ਬਾਹਰਲੇ ਕਿਸੇ ਨੂੰ ਮੌਕਾ ਨਾ ਮਿਲ ਜੇ। ਇਸੇ ਤਰ੍ਹਾਂ ਜੇਕਰ ਕੁਝ ਹੋਰ ਇਲਾਕਿਆਂ ਤੇ ਵੀ ਨਜ਼ਰ ਮਾਰੀਏ, ਲਹਿਰਾ ਗਾਗਾ ਹਲਕੇ ਤੋਂ ਅਕਾਲੀ ਉਮੀਦਵਾਰ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਗੋਬਿੰਦ ਸਿੰਘ ਲੌਂਗੋਵਾਲ, ਉਹਨਾਂ ਨੇ ਆਪਣੇ ਪੁੱਤਰ ਨਵਿੰਦਰਪ੍ਰੀਤ ਸਿੰਘ ਨੂੰ, ਤਲਵੰਡੀ ਸਾਬੋ ਤੋਂ ਅਕਾਲੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਆਪਣੇ ਪੁੱਤਰ ਗੁਰਬਾਜ ਸਿੰਘ ਨੂੰ ਕਵਰਿੰਗ ਉਮੀਦਵਾਰ ਬਣਾਇਆ। ਹਲਕਾ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ ਨੇ ਆਪਣੀ ਪਤਨੀ ਸਬੀਨਾ ਅਰੋੜਾ ਨੂੰ, ਮਾਨਸਾ ਤੋਂ ਉਮੀਦਵਾਰ ਉਹ ਵੀ ਆਮ ਆਦਮੀ ਦੇ ਡਾਕਟਰ ਵਿਜੇ ਸਿੰਗਲਾ ਨੇ, ਉਹਨਾਂ ਨੇ ਵੀ ਆਪਣੀ ਪਤਨੀ ਅਨੀਤਾ ਨੂੰ। ਇਸੇ ਤਰ੍ਹਾਂ ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਨੇ ਅਰਵਿੰਦ ਖੰਨਾ, ਉਹਨਾਂ ਨੇ ਆਪਣੀ ਪਤਨੀ ਸ਼ਗਨ ਕੁਮਾਰੀ ਨੂੰ ਸੰਗਰੂਰ ਤੋਂ ਕਵਰਿੰਗ ਉਮੀਦਵਾਰ ਬਣਾਇਆ। ਇਸੇ ਤਰ੍ਹਾਂ ਆਪ ਉਮੀਦਵਾਰ ਨੇ ਸੰਗਰੂਰ ਤੋਂ ਨਰਿੰਦਰ ਕੌਰ ਨੇ ਆਪਣੀ ਮਾਂ ਚਰਨਜੀਤ ਕੌਰ ਨੂੰ ਕਵਰਿੰਗ ਉਮੀਦਵਾਰ ਬਣਾਇਆ। ਤੇ ਮੈਂ ਇਹ ਵੀ ਦੱਸਦਾ, ਸ਼ਾਇਦ ਪੰਜਾਬ ਦੀ ਸਿਆਸਤ ਦੇ ਵਿੱਚ ਕੋਈ ਟਾਵਾਂ ਹੀ ਮੌਕਾ ਹੋਣਾ ਹੈ ਜਦੋਂ ਮੁੱਖ ਉਮੀਦਵਾਰ ਦੇ ਕਾਗਜ਼ ਰੱਦ ਹੋਏ ਹੋਣ ਤੇ ਉਹਨਾਂ ਦੀ ਥਾਂ ਤੇ ਕਵਰਿੰਗ ਉਮੀਦਵਾਰ ਨੇ ਚੋਣ ਲੜੀ ਹੋਵੇ। ਜਦੋਂ ਇਸ ਤਰ੍ਹਾਂ ਦੇ ਮੌਕੇ ਕਿਤੇ ਟਾਵੇਂ ਹੀ ਦੇਖਣ ਨੂੰ ਮਿਲਦੇ ਆ, ਤਾਂ ਵੀ ਤੁਸੀਂ ਆਪ ਹਿਸਾਬ ਲਾ ਲਓ ਕਿ ਇਹ ਕਿਸੇ ਪਾਰਟੀ ਦੇ ਹੋਰ ਆਗੂ ਤੇ ਆਪਣੇ ਪਰਿਵਾਰ ਤੋਂ ਬਗੈਰ ਬਿਲਕੁਲ ਭਰੋਸਾ ਨਹੀਂ ਕਰਦੇ। ਇਹਦਾ ਮਤਲਬ ਵਰਕਰ ਨੂੰ ਸਿਰਫ ਵਰਕਰ ਦੀ ਥਾਂ ਤੇ ਰੱਖਿਆ ਹੈ, ਵਲੰਟੀਅਰ ਨੂੰ ਸਿਰਫ ਬੱਸਾਂ ਦੇ ਵਿੱਚ ਲੋਕ ਭਰ ਕੇ ਰੈਲੀਆਂ ਵਿੱਚ ਲਿਜਾਣ ਵਾਸਤੇ ਰੱਖਿਆ ਹੋਇਆ, ਪੋਸਟਰ ਲਾਉਣ ਵਾਸਤੇ ਰੱਖਿਆ ਹੋਇਆ, ਦਰੀਆਂ ਇਕੱਠੀਆਂ ਕਰਨ ਵਾਸਤੇ ਰੱਖਿਆ ਹੋਇਆ ਹੈ, ਜਾਂ ਫਿਰ ਵਿਰੋਧੀਆਂ ਦੇ ਨਾਲ ਪਿੰਡਾਂ ਸ਼ਹਿਰਾਂ ਦੇ ਵਿੱਚ ਲੜਨ ਵਾਸਤੇ, ਤਕਰਾਰਬਾਜ਼ੀ ਵਾਸਤੇ ਰੱਖਿਆ ਹੋਇਆ ਹੈ। ਜਦੋਂ ਮੈਂ ਫੇਰ ਵਾਰ-ਵਾਰ ਜ਼ਿਕਰ ਕਰ ਰਿਹਾ ਕਿ ਇਸ ਤਰ੍ਹਾਂ ਦੇ ਮੌਕੇ ਕਿਤੇ ਟਾਵੇਂ ਆਉਂਦੇ ਆ ਜਦੋਂ ਕਵਰਿੰਗ ਉਮੀਦਵਾਰ ਨੂੰ ਚੋਣ ਲੜਨੀ ਪਈ ਹੋਵੇ, ਪਰ ਤਾਂ ਵੀ ਆਪਣੇ ਪਰਿਵਾਰ ਦਾ ਹੀ ਖਿਆਲ ਹੈ। ਬੀਤੇ ਦਿਨੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ, ਸਤਕਾਰ ਕੌਰ ਦਾ ਪਤੀ ਰੋ ਰਿਹਾ ਸੀ, ਮੇਰੇ ਬੱਚਿਆਂ ਦਾ ਕੀ ਬਣੂ। ਜਗਮੋਹਨ ਕੰਗ ਪੱਲਾ ਹੱਟੀ ਖੜੇ ਸੀ, ਮੇਰੇ ਪੁੱਤਰ ਦਾ ਕੀ ਬਣੂ। ਆ ਤੁਸੀਂ ਵੀ ਪੰਜਾਬ 'ਚ ਰਹਿਣ ਵਾਲੇ ਕਿਸੇ ਦੇ ਪੁੱਤਰ ਤੇ ਕਿਸੇ ਦੀ ਧੀਆਂ ਹੋ, ਤੁਹਾਡਾ ਖਿਆਲ ਕਿਸੇ ਪਾਰਟੀ ਦੇ ਆਗੂ ਨੂੰ ਨਹੀਂ। ਮੈਂ ਵੱਡੀਆਂ ਤਿੰਨੀ ਧਿਰਾਂ ਨੇ ਪੰਜਾਬ 'ਚ, ਅਕਾਲੀ, ਕਾਂਗਰਸੀ ਤੇ ਆਪ, ਤਿੰਨਾਂ ਦੇ ਉਮੀਦਵਾਰਾਂ ਦਾ ਜ਼ਿਕਰ ਕਰ ਦਿੱਤਾ ਹੈ ਕਿ ਕਵਰਿੰਗ ਉਮੀਦਵਾਰ ਵੀ ਇਸ ਵਕਤ ਕੋਈ ਬਾਹਰਲਾ ਆਗੂ ਨਹੀਂ। ਹਾਲੇ ਇਹ ਕਹਿੰਦੇ ਆ ਕਿ ਅਸੀਂ ਸਿਆਸਤ ਬਦਲਣੀ ਆ, ਅਸੀਂ ਨਿਜ਼ਾਮ ਬਦਲਨੇ ਨੇ। ਜੋ ਕੁਝ ਅਕਾਲੀ ਕਰ ਰਹੇ ਨੇ, ਜੋ ਕੁਝ ਕਾਂਗਰਸੀ ਕਰ ਰਹੇ ਨੇ, ਉਹੀ ਆਪ ਆਗੂਆਂ ਨੇ ਕੀਤਾ ਹੈ ਤੇ ਕਰ ਰਹੇ ਨੇ। ਸੋ ਦੋਸਤੋ, ਕੁੱਲ ਮਿਲਾ ਕੇ ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਣਾ। ਹੁਣ ਜੇਕਰ ਪ੍ਰੋਗਰਾਮ ਚੰਗਾ ਲੱਗਿਆ, ਜਾਣਕਾਰੀ ਭਰਪੂਰ ਲੱਗਿਆ, ਤਾਂ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਕਰ ਦਿਓ। ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਨੇ, ਤੁਹਾਡੇ ਧੰਨਵਾਦੀ ਹੋਵਾਂਗੇ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ, ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।